ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। 24 ਫਰਵਰੀ ਨੂੰ ਰਸ਼ੀਆ ਨੇ ਹਮਲਾ ਕੀਤਾ ਯੂਕਰੇਨ ਦੇ ਉੱਤੇ। ਕਾਫੀ ਦਿਨ ਹੋ ਗਏ ਨੇ, ਬਹੁਤ ਸੈਂਸਿਟਿਵ ਹਾਲਾਤ ਬਣੇ ਹੋਏ ਨੇ। ਪੂਰੀ ਦੁਨੀਆ ਇਸ ਯੁੱਧ ਨੂੰ ਤੀਸਰੇ ਵਿਸ਼ਵ ਯੁੱਧ ਵਜੋਂ ਵੀ ਦੇਖ ਰਹੀ ਹੈ। ਕਿਤੇ ਅਜਿਹੇ ਹਾਲਾਤ ਪੈਦਾ ਨਾ ਹੋ ਜਾਣ, ਕਿਤੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਨਾ ਹੋ ਜਾਵੇ, ਇਹ ਵੀ ਡਰ ਬਣਿਆ ਹੋਇਆ ਹੈ। ਯੂਨਾਈਟਿਡ ਨੇਸ਼ਨਸ ਦੇ ਵਿੱਚ ਲਗਾਤਾਰ ਮੀਟਿੰਗਸ ਚੱਲ ਰਹੀਆਂ ਨੇ। ਬਲਾਰੂਸ ਦੇ ਵਿੱਚ ਮੀਟਿੰਗ ਹੋਈ, ਜਿਹਦੇ ਵਿੱਚ ਯੂਕਰੇਨ ਦੇ ਪ੍ਰਤੀਨਿਧੀ ਤੇ ਰਸ਼ੀਆ ਦੇ ਪ੍ਰਤੀਨਿਧੀ ਆਮੋ ਸਾਹਮਣੇ ਬੈਠੇ, ਪਰ ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਹੁਣ ਵੀ ਯੁੱਧ ਜਾਰੀ ਹੈ ਤੇ ਭਾਰਤ ਵੀ ਕਾਫੀ ਚਿੰਤਾ ਵਿੱਚ ਹੈ, ਕਿਉਂਕਿ ਸਾਡੇ ਵਿਦਿਆਰਥੀ ਤੇ ਹੋਰ ਵੀ ਕਈ ਲੋਕ ਯੂਕਰੇਨ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਵਾਪਸ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। ਤੇ ਇੱਕ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਗੋਲਾਬਾਰੀ ਦੇ ਵਿੱਚ, ਇਹ ਵੀ ਸਾਡੇ ਤੱਕ ਖਬਰ ਪਹੁੰਚ ਚੁੱਕੀ ਹੈ। ਅੱਜ ਅਸੀਂ ਪੰਜਾਬ ਚਰਚਾ ਦੇ ਵਿੱਚ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਹੋ ਰਹੇ ਯੁੱਧ ਦੇ ਵੱਖੋ-ਵੱਖ ਪਹਿਲੂਆਂ ਉੱਤੇ ਗੱਲਬਾਤ ਕਰਾਂਗੇ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪੰਜਾਬ ਚਰਚਾ। ਸਾਡੇ ਨਾਲ ਮੌਜੂਦ ਨੇ ਸਟੂਡੀਓਜ਼ ਦੇ ਵਿੱਚ ਐਜੂਕੇਸ਼ਨਿਸਟ ਐਂਡ ਪੋਲੀਟੀਕਲ ਐਨਾਲਿਸਟ ਸ਼੍ਰੀ ਪ੍ਰਦੀਪ ਅਰੋੜਾ ਜੀ। ਸਵਾਗਤ ਕਰਦੇ ਹਾਂ ਸਰ ਪੰਜਾਬ ਚਰਚਾ ਦੇ ਵਿੱਚ ਤੁਹਾਡਾ। ਨਮਸਕਾਰ ਜੀ। ਨਮਸਕਾਰ ਪ੍ਰਦੀਪ ਜੀ, ਅਸੀਂ ਕੁਝ ਜਾਣਨ ਤੋਂ ਪਹਿਲਾਂ ਕਿ ਐਟ ਪ੍ਰੈਜ਼ੈਂਟ ਕੀ ਸਿਚੁਏਸ਼ਨ ਹੈ, ਥੋੜਾ ਇਹਦੇ ਇਤਿਹਾਸ ਵੱਲ ਜਾਈਏ ਕਿ ਕਾਰਨ ਕਿਉਂ ਪੈਦਾ ਹੋਏ ਕਿ ਜੋ ਅੱਜ ਦੀ ਅਸੀਂ ਸਿਚੁਏਸ਼ਨ ਫੇਸ ਕਰ ਰਹੇ ਹਾਂ। ਰਸ਼ੀਆ ਨੂੰ ਕੀ ਲੋੜ ਪੈ ਗਈ ਸੀ ਯੂਕਰੇਨ ਦੇ ਉੱਤੇ ਧਾਵਾ ਬੋਲਣ ਦੀ? ਕਿ ਤੁਸੀਂ ਕਿਹਾ ਕਿ ਰਸ਼ੀਆ ਔਰ ਯੂਕਰੇਨ ਦੇ ਨਾਲ ਪੂਰਾ ਇੱਕ ਵਰਲਡ ਜਿਹੜਾ ਹੈ ਥਰਡ ਵਰਲਡ ਵਾਰ ਦੀ ਤਰਫ ਵੱਧਦਾ ਦਿਖਾਈ ਦੇ ਰਿਹਾ ਹੈ। ਰਸ਼ੀਆ ਨੇ ਯੂਕਰੇਨ ਦੇ ਵਿੱਚ ਧਮਕੀ ਦਿੱਤੀ ਹੈ ਔਰ ਉਸ ਦੇ ਨਾਲ ਹੀ ਅਮਰੀਕਾ ਨੇ ਵੀ ਕਿਹਾ ਹੈ ਕਿ ਇਸ ਦਾ ਅੰਜਾਮ ਬਹੁਤ ਬੁਰਾ ਹੋਏਗਾ, ਰਸ਼ੀਆ ਨੂੰ ਬਹੁਤ ਭਾਰੀ ਕੀਮਤ ਚੁਕਾਣੀ ਪਏਗੀ। ਇਸ ਦੇ ਨਾਲ ਬ੍ਰਿਟੇਨ ਔਰ ਦੂਸਰੇ ਕੰਟਰੀਜ਼ ਵੀ ਜਿਹੜੇ ਹੈ ਯੂਕਰੇਨ ਦੇ ਨਾਲ ਖੜੇ ਨੇ ਔਰ ਰਸ਼ੀਆ ਦੇ ਖਿਲਾਫ ਹੋ ਗਏ ਹਨ। ਤੋ ਇਸ ਸਾਰੇ ਰਸ਼ੀਆ ਔਰ ਯੂਕਰੇਨ ਦੇ ਵਿੱਚ ਜਿਹੜੀ ਜੰਗ ਦੀ ਵਜ੍ਹਾ ਹੈ, ਇਸ ਨੂੰ ਨੈਟੋ ਮੰਨਿਆ ਜਾ ਰਿਹਾ ਹੈ। ਨੈਟੋ ਯਾਨੀ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਹੜੀ ਕਿ 1949 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਯੂਕਰੇਨ ਨੈਟੋ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਪਰ ਰਸ਼ੀਆ ਨਹੀਂ ਚਾਹੁੰਦਾ ਕਿ ਯੂਕਰੇਨ ਜਿਹੜਾ ਹੈ ਨੈਟੋ ਦਾ ਮੈਂਬਰ ਬਣੇ। ਸੋ ਇਸ ਦੀ ਜੜ ਕੀ ਹੈ, ਇਸ ਵਿਵਾਦ ਦੀ ਜਿਹੜੀ ਜੜ ਕੀ ਹੈ? ਸੋ ਜੋ ਕਿ ਸੋਵੀਅਤ ਸੰਘ ਦੇ ਟਾਈਮ ਤੋਂ ਯੂਕਰੇਨ ਔਰ ਰਸ਼ੀਆ ਇੱਕ ਦੋਸਤ ਰਹੇ ਹੈ ਔਰ USSR ਦਾ ਪਾਰਟ ਰਹੇ ਹੈ। ਤੇ ਇਸ ਦੇ ਵਿੱਚ ਸਾਨੂੰ 1991 ਦੇ ਵਿੱਚ ਜਾਣਾ ਹੋਵੇਗਾ, ਜਦੋਂ 1991 ਦੇ ਵਿੱਚ USSR ਬ੍ਰੇਕ ਹੋਇਆ, ਯੂਕਰੇਨ ਰਸ਼ੀਆ ਅਲੱਗ ਹੋ ਗਏ। ਸੋ ਦੋਨੋਂ USSR ਤੋਂ ਅਲੱਗ ਹੋ ਗਏ। ਤੋ ਯੂਕਰੇਨ ਜਿਹੜਾ ਹੈ ਉਹ USSR ਦਾ ਪਾਰਟ ਸੀ। ਸੋ ਸ਼ੁਰੂ ਦੇ ਵਿੱਚ ਯੂਕਰੇਨ ਦੇ ਵਿੱਚ ਰਸ਼ੀਅਨ ਗਵਰਨਮੈਂਟਸ ਦਾ ਪ੍ਰਭਾਵ ਰਿਹਾ ਔਰ ਯੂਕਰੇਨ ਦੀ ਜਿਹੜੀ ਗਵਰਨਮੈਂਟ ਸੀਗੀਆਂ ਉਹ ਰਸ਼ੀਅਨ ਸ਼ਾਸਨ ਦੇ ਆਦੇਸ਼ ਤੇ ਹੀ ਕੰਮ ਕਰਦੀਆਂ ਸੀ। ਪਰ ਬਿਗੜਦੀ ਅਰਥ ਵਿਵਸਥਾ ਔਰ ਵੱਧਦੀ ਮਹਿੰਗਾਈ ਔਰ ਬਹੁਤ ਅਲਪਸੰਖਿਅਕ ਰੂਸੀ ਭਾਸ਼ੀ ਲੋਕਾਂ ਦੇ ਨਾਲ ਜਿਹੜਾ ਹੈ ਉਹਨਾਂ ਦਾ ਕੰਟਰੋਲ ਸੀ ਗਵਰਨਮੈਂਟ ਦੀ, ਉਸ ਦੇ ਨਾਲ ਵਿਦਰੋਹ ਦੀ ਚਿੰਗਾਰੀ ਜਿਹੜੀ ਆ ਗਈ ਯੂਕਰੇਨ ਦੇ ਵਿੱਚ। ਯੂਕਰੇਨ ਜਿਹੜਾ ਕਿ ਯੂਰਪ ਔਰ ਏਸ਼ੀਆ ਦੇ ਵਿੱਚ ਇੱਕ ਕੜੀ ਹੈ, ਸੋ ਇਸ ਨੂੰ ਯੂਰੇਨੇਸ਼ੀਆ ਵੀ ਕਿਹਾ ਜਾਂਦਾ ਹੈ। ਔਰ ਯੂਕਰੇਨ ਯਾਨੀ ਯੂਕਰੇਨ ਸੋਵੀਅਤ ਸੋਸ਼ਲਿਸਟ ਰਿਪਬਲਿਕ ਦਾ ਅਨਆਧਾਰਿਕ ਇਹਦਾ ਅਨਅਫੀਸ਼ੀਅਲ ਨਾਮ ਹੈ। ਸੋ ਇਹ ਪੋਲੈਂਡ ਔਰ ਕੀਵਨਰਸ ਦੇ ਵਿੱਚ ਦਾ ਏਰੀਆ ਹੈ। ਸੋ ਜਿਸ ਦੇ ਨਾਲ ਇਸ ਨੂੰ ਸਮੱਸਿਆਵਾਂ ਵੀ ਹੋਈਆਂ, ਕਿਉਂਕਿ ਇਹਦੀਆਂ ਜਿਹੜੀ ਸੀਮਾਵਾਂ ਹੈ ਬਹੁਤ ਸਾਰੀ ਕੰਟਰੀਜ਼ ਦੇ ਨਾਲ ਲੱਗਦੀਆਂ ਹੈ। ਤੋਂ 1991 ਦੇ ਵਿੱਚ ਸੋਵੀਅਤ ਤੋਂ ਅਲੱਗ ਹੋਣ ਤੋਂ ਬਾਅਦ ਬੋਰਿਸ ਯੈਲਸਿਨ ਜਿਹੜੇ ਹੈ ਉਹ ਰਸ਼ੀਅਨ ਪ੍ਰੈਜ਼ੀਡੈਂਟ ਬਣੇ ਰੈਫਰੈਂਡਮ ਦੇ ਨਾਲ। ਉਸ ਤੋਂ ਬਾਅਦ ਸਾਡੇ ਕੋਲ 2004 ਦੇ ਵਿੱਚ ਫਿਰ ਮਤਲਬ ਇਹ ਪ੍ਰੈਜ਼ੀਡੈਂਟਸ ਕੰਟੀਨਿਊਸ ਚੱਲਦੇ ਰਹੇ। 2004 ਦੇ ਵਿੱਚ ਰਸ਼ੀਅਨ ਪੱਖਧਰ ਰਹੇ ਵਿਕਟਰ ਯਾਨੂਕੋਵਿਚ ਪ੍ਰੈਜ਼ੀਡੈਂਟ ਬਣੇ ਯੂਕਰੇਨ ਦੇ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਬਣੇ, ਸੋ ਇਹਨਾਂ ਦੇ ਉੱਤੇ ਚੁਣਾਵ 'ਚ ਧਾਂਦਲੀ ਦੇ ਵੀ ਆਰੋਪ ਲੱਗੇ ਔਰ ਬੜੇ ਭਾਰੀ ਪੈਮਾਨੇ ਤੇ ਵਿਰੋਧ ਵੀ ਹੋਇਆ ਜੀ। ਤੋਂ 2005 ਦੇ ਵਿੱਚ ਰਸ਼ੀਆ ਫਿਰ ਨਵੇਂ ਪ੍ਰੈਜ਼ੀਡੈਂਟ ਚੇਂਜ ਹੋਏ। ਉਹਨਾਂ ਨੇ 2005 ਦੇ ਵਿੱਚ ਰਸ਼ੀਆ ਦਾ ਦਬਦਬਾ ਜਿਹੜਾ ਹੈ ਘੱਟ ਕਰਨ ਦਾ ਵਾਅਦਾ ਕੀਤਾ ਔਰ ਯੂਕਰੇਨ ਨੂੰ ਯੂਰੋਪੀਅਨ ਯੂਨੀਅਨ ਔਰ ਨਾਟੋ ਦਾ ਜਿਹੜਾ ਹੈ ਉਹ ਮੈਂਬਰ ਬਣਾਉਣ ਲਈ ਉਹਨਾਂ ਨੇ ਸੰਕਲਪ ਕੀਤਾ ਜੀ। ਔਰ 2008 ਦੇ ਵਿੱਚ ਫਿਰ ਜਿਹੜਾ ਹੈ ਨਾਟੋ ਨੇ ਆਫਰ ਕੀਤਾ ਯੂਕਰੇਨ ਨੂੰ ਕਿ ਅਸੀਂ ਯੂਕਰੇਨ ਨੂੰ ਜਿਹੜਾ ਹੈ ਨਾਟੋ ਦਾ ਮੈਂਬਰ ਬਣਾਵਾਂਗੇ।
ਜੀ। ਔਰ 2010 ਦੇ ਵਿੱਚ ਰਸ਼ੀਅਨ ਪ੍ਰੈਜ਼ੀਡੈਂਟ ਨੇ ਜਿਹੜਾ ਹੈ ਵਿਕਟਰ ਯਾਨੂਕੋਵਿਚ ਨੇ ਜਿਹੜਾ ਹੈ ਯੂਕਰੇਨ ਦੇ ਜਿਹੜੇ ਪ੍ਰੀਵੀਅਸ ਪ੍ਰੈਜ਼ੀਡੈਂਟ ਸੀ ਯੂਲਿਟਾ ਨੂੰ ਹਰਾਇਆ ਔਰ ਯੂਕਰੇਨ ਔਰ ਰਸ਼ੀਆ ਨੇ ਇੱਕ ਪ੍ਰਾਈਸਿੰਗ ਡੀਲ ਵੀ ਕੀਤੀ 2010 ਦੇ ਵਿੱਚ, तो जिस दे नाल ਜਿਹੜਾ ਹੈ ਯੂਕਰੇਨ ਦੇ ਜਿਹੜੇ ਬਲੈਕ ਸੀ ਪੋਰਟ ਤੇ ਜਿਹੜੀ ਹੈ ਰਸ਼ੀਅਨ ਜਿਹੜੀ ਹੈ ਨੇਵੀ ਨੂੰ ਤੇਲ ਦੀ ਸਪਲਾਈ ਮਿਲਦੀ ਰਹੀ। 2012 ਤੱਕ ਇਹ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਔਰ 2013 ਦੇ ਵਿੱਚ ਜਿਹੜਾ ਹੈ ਯਾਨੂਕੋਵਿਚ ਰਸ਼ੀਅਨ ਅਮਰੀਕਨ ਸੌਰੀ ਯੂਕਰੇਨ ਪ੍ਰੈਜ਼ੀਡੈਂਟ ਨੇ ਯੂਐਸ ਦੇ ਨਾਲ ਜਿਹੜਾ ਹੈ ਇੱਕ ਟ੍ਰੇਡ ਜਿਹੜੀ ਹੈ ਸੰਧੀ ਸੀਗੀ ਉਹਨੂੰ ਸਸਪੈਂਡ ਕਰ ਦਿੱਤਾ ਔਰ ਰਸ਼ੀਆ ਦੇ ਨਾਲ ਜਿਹੜੇ ਹੈ ਟ੍ਰੇਡ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਨਾਲ ਜਿਹੜਾ ਹੈ ਯੂਕਰੇਨ ਦੀ ਕੈਪੀਟਲ ਕੀਵ ਚ ਕਾਫੀ ਪ੍ਰਦਰਸ਼ਨ ਹੋਏ ਔਰ ਉਸ ਦੇ ਨਾਲ ਕੀ ਹੋਇਆ ਜਿਹੜਾ ਹੈ 2014 ਦੇ ਵਿੱਚ ਕਾਫੀ ਹਜ਼ਾਰਾਂ ਲੋਕਾਂ ਦੀ ਜਿਹੜੀ ਹੈ ਯੂਕਰੇਨ ਦੇ ਵਿੱਚ ਮੌਤ ਹੋਈ ਔਰ ਯਾਨੂਕੋਵਿਚ ਔਰ ਉਸ ਦੇ ਸਮਰਥਕ ਨੂੰ ਜਿਹੜਾ ਹੈ ਯੂਕਰੇਨ ਦੀ ਜਿਹੜੀ ਹੈ ਸਰਕਾਰ ਤੋਂ ਜਿਹੜਾ ਹੈ ਉਤਰਨਾ ਮਤਲਬ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਤੋਂ 2017 ਦੇ ਵਿੱਚ ਫਿਰ ਯੂਕਰੇਨ ਔਰ ਯੂਰੋਪੀਅਨ ਜਿਹੜਾ ਹੈ ਯੂਨੀਅਨ ਦੇ ਵਿੱਚ ਇੱਕ ਫ੍ਰੀ ਟ੍ਰੇਡ ਡੀਲ ਹੋਈ, ਤੋਂ ਜਿਸ ਦੇ ਵਿੱਚ ਯੂਕਰੇਨ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਫ੍ਰੀ ਜਿਹੜਾ ਹੈ ਟ੍ਰੇਡ ਦੇ ਜਿਹੜੇ ਰਿਲੇਸ਼ਨਸ ਡਿਵੈਲਪ ਕੀਤੇ ਔਰ ਵੀਜ਼ਾ ਮੁਕਤ ਜਿਹੜੀ ਹੈ ਯਾਤਰਾ ਸ਼ੁਰੂ ਕਰ ਦਿੱਤੀ ਯੂਰੋਪੀਅਨ ਯੂਨੀਅਨ ਦੇ ਵਿੱਚ, ਜਿਹਦੇ ਨਾਲ ਜਿਹੜਾ ਹੈ ਯੂਕਰੇਨ ਦੇ ਔਰ ਯੂਰੋਪੀਅਨ ਯੂਨੀਅਨ ਦੇ ਜਿਹੜੇ ਹੈ ਲੋਕ ਹੈ ਉਹਨਾਂ ਨੇ ਫ੍ਰੀ ਯੂਕਰੇਨ ਦੇ ਵਿੱਚ ਜਿਹੜਾ ਹੈ ਆਣਾ ਜਾਣਾ ਸ਼ੁਰੂ ਕਰ ਦਿੱਤਾ। ਸੋ 2019 ਦੇ ਵਿੱਚ ਫਿਰ ਇੱਕ ਪ੍ਰੋਬਲਮ ਹੋਈ, ਜਿਹੜੀ ਯੂਕਰੇਨ ਦੀ ਇੱਕ ਚਰਚ ਹੈ ਆਰਥੋਡਾਕਸ ਚਰਚ ਹੈ ਜਿਹਨੂੰ ਅਫੀਸ਼ੀਅਲ ਜਿਹੜੀ ਹੈ ਮਾਨਤਾ ਮਿਲੀ, ਜਿਹਦੇ ਨਾਲ ਰਸ਼ੀਆ ਜਿਹੜਾ ਹੈ ਨਾਰਾਜ਼ ਹੋ ਗਿਆ ਔਰ 2019 ਦੇ ਵਿੱਚ ਯੂਕਰੇਨ ਕਨਸਟੀਟਿਊਸ਼ਨਸ ਦੇ ਵਿੱਚ ਵੀ ਅਮੈਂਡਮੈਂਟਸ ਕੀਤੇ ਗਏ, ਜਿਹਦੇ ਵਿੱਚ ਇਹ ਡਿਸੀਜਨ ਲਿੱਤਾ ਗਿਆ ਕਿ ਜਿਹੜਾ ਹੈ ਯੂਕਰੇਨ ਜਿਹੜਾ ਹੈ ਯੂਰੋਪੀਅਨ ਯੂਨੀਅਨ ਔਰ ਨਾਟੋ ਦੀ ਜਿਹੜੀ ਹੈ ਮੈਂਬਰਸ਼ਿਪ ਲਈ ਜਿਹੜਾ ਹੈ ਉਹ ਯਤਨ ਕਰੇਗਾ ਔਰ ਮੈਂਬਰਸ਼ਿਪ ਦੀ ਤਰਫ ਜਾਏਗਾ। तो जिस दे नाल रशिया जड़ा है उसनों एक इनसिक्योरिटी लगनी शुरू होगी यूक्रेन दे नाल कि यूक्रेन जो है नाटो का मैंबर बन जाएगा तो नाटो कंट्रीज जड़ी है वो रशिया दे जड़ा है एक वॉल दे उत्ते खड़ी हो जाएगी। तो जिस दे नाल की होया रशियन प्रेसिडेंट जड़े है व्लादिमीर पुतिन जड़ा है उन्होंने जड़ी है 2021 दे विच जड़ी है अपनी आर्मी जड़ी है यूक्रेन की तरफ इकट्ठी करनी शुरू कर दी बेलारूस और बाकी कंट्रीज तो तो उस नाल की है सो इन्हां दे विच काफी अक्तूबर दे विच यूक्रेन ने जड़ा है एक अमेरिकन ड्रोन नो भी यूज किया, जिस दे नाल रशिया होर जड़ा है नाराज होया। पर नवंबर 2021 दे विच रशिया ने यूक्रेन दी सीमावां दे उत्ते अपनी जड़ी है आर्मी जड़ी है ओदी तैनाती वधानी शुरू कर दी और दिसंबर दे विच अमेरिकन प्रेसिडेंट बाइडन ने यूक्रेन रशिया नू जड़ी है धमकियां देनियां शुरू कर दित्तियां कि जड़ा रशिया दे उत्ते जे रशिया ने यूक्रेन के उत्ते अटैक किया तो जड़ा है अमेरिका जड़ा है रशिया के उत्ते काफ़ी सारे इकनॉमिक बैन लगा देगा। सो जनवरी दे विच यूक्रेन और रशिया दे विच गलबात भी हुई पोलिटिकल लैवल के उत्ते जड़ी की फेल हो गई और उस तो बाद जनवरी दे विच रशिया ने साइबर अटैक्स भी किए यूक्रेन दे विच और जनवरी दे विच बेलारूस दे विच जड़ी है रशिया की आर्मी इकट्ठी होनी शुरू हो गई और जनवरी दे विच ही नाटो ने अपनी आर्मी नू भी स्टैंड बाई दे उत्ते रखना शुरू कर दिता और 28 जनवरी के आस-पास 28 जनवरी नू रशियन प्रेसिडेंट ने जड़ी है अपनी सिक्योरिटी की मांग रखी जड़ी है कि भाई जड़ा है यूक्रेन नाटो का मैंबर नहीं बनेगा, सो उस उत्ते गौर नहीं किया गया। तो रशिया सो अमेरिका ने इन टर्न किया कि वो पोलैंड और रोमानिया दे विच अपनी आर्मी डिप्लॉय जड़ी है करनी शुरू कर देगा। सो फरवरी दे विच चाइना ने रशिया ਨੂੰ सपोर्ट की और चाइना ने स्टेटमेंट दी कि यूक्रेन ਨੂੰ ਜਿਹੜਾ ਹੈ नाटो ਦਾ ਮੈਂਬਰ नहीं होना चाहिए। सो फ्रांस ने भी रशिया ਦੇ ਉੱਤੇ ਪ੍ਰੈਸ਼ਰ डालिया और ਜਿਹੜਾ ਹੈ फ्रांस ਦੇ प्रेसिडेंट मैक्रों ने पुतिन ਨਾਲ ਜਿਹੜੀ है मीटिंग भी करी, ਜਿਸ ਨਾਲ ਜਿਹੜੀ है एक रशियन प्रेसिडेंट ਇਹ परसेप्शन आई कि मान गए, पर रशिया ने कहा कि फ्रांस और अमेरिका रशिया ਦੇ ਵਿੱਚ कोई डील नहीं हुई। तो फरवरी ਦੇ ਵਿੱਚ ਬਾਈਡਨ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਰਸ਼ੀਆ ਕਦੀ ਵੀ ਜਿਹੜਾ ਹੈ ਯੂਕਰੇਨ ਦੇ ਉੱਤੇ ਅਟੈਕ ਕਰ ਸਕਦਾ ਹੈ। तो ਅਮਰੀਕਾ ਨੇ ਆਪਣੇ ਲੋਕਾਂ ਨੂੰ ਜਿਹੜਾ ਹੈ ਛੋੜਨ ਦੇ ਉੱਤੇ ਦੇਸ਼ ਛੋੜਨਾ ਦੇ ਲਈ ਕਹਿ ਦਿੱਤਾ ਕਿ ਅਮਰੀਕਨ ਜਿਹੜੇ ਹੈ ਸਿਟੀਜ਼ਨਸ ਉਹ ਜਲਦੀ ਤੋਂ ਜਲਦੀ ਯੂਕਰੇਨ ਖਾਲੀ ਕਰ ਦੇਣ। 15 ਫਰਵਰੀ ਨੂੰ ਰਸ਼ੀਆ ਨੇ ਕਿਹਾ ਕਿ ਉਹ ਆਪਣੀ ਜਿਹੜੀ ਹੈ ਸੈਨਾਵਾਂ ਜਿਹੜੀ ਉਹਦੀ ਆਰਮੀ ਹੈ ਉਸ ਨੂੰ ਵਾਪਸ ਬੁਲਾ ਰਿਹਾ ਹੈ ਯੂਕਰੇਨ ਬਾਰਡਰ ਤੋਂ, ਬਟ ਅਮਰੀਕਾ ਨੇ ਔਰ ਯੂਕਰੇਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। और फरवरी दे विच
ਯੂਕਰੇਨ ਨੇ ਜਿਹੜਾ ਹੈ ਆਪਣਾ ਨਿਊਕਲੀਅਰ ਵੈਪਨਸ ਦੀ ਜਿਹੜੀ ਹੈ ਇੱਕ ਪ੍ਰੈਕਟਿਸ ਵੀ ਕੀਤੀ ਔਰ 21 ਫਰਵਰੀ ਨੂੰ ਯੂਕਰੇਨ ਨੇ ਜਿਹੜਾ ਹੈ ਰਸ਼ੀਆ ਨੇ ਯੂਕਰੇਨ ਦੇ ਜੋ ਦੋ ਪਾਰਟ ਹੈ ਲੁਹਾਨਸਕ ਔਰ ਡੋਨੇਟਸਕ ਨੂੰ ਇੱਕ ਆਜ਼ਾਦ ਇੰਡੀਪੈਂਡੈਂਟ ਕੰਟਰੀਜ਼ ਦੀ ਮਾਨਤਾ ਦੇ ਦਿੱਤੀ ਔਰ ਜਿਸ ਤਰ੍ਹਾਂ ਕਿ ਤੁਸੀਂ ਕਿਹਾ 24 ਫਰਵਰੀ ਨੂੰ ਜਿਹੜਾ ਹੈ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕਰ ਦਿੱਤਾ ਜਿਸ ਤੇ ਤੁਸੀਂ ਰਿਜ਼ਲਟਸ ਦੇਖ ਰਹੇ ਹੋ ਕਿ ਕਾਫੀ ਹਾਲਾਤ ਜਿਹੜੇ ਉਹ ਬਦਤਰ ਹੁੰਦੇ ਜਾ ਰਹੇ ਹਨ। ਜੀ ਦਿਨੇਸ਼ ਜੀ, ਤੁਸੀਂ ਜੋ ਇਹ ਸਾਰੀ ਸਾਨੂੰ ਹਿਸਟਰੀ ਬਾਰੇ ਦੱਸਿਆ ਹੈ, ਇਹ ਤੇ ਕਾਫੀ ਦੇਰ ਤੋਂ ਝਗੜਾ ਚੱਲ ਰਿਹਾ ਹੈ, ਕਾਫੀ ਸੀਰੀਅਸ ਹੈ ਔਰ ਮੈਂ ਵੀ ਸੁਣਦਾ ਬੜਾ ਸੀਰੀਅਸਨੈਸ ਮਹਿਸੂਸ ਕਰ ਰਿਹਾ ਸੀ ਇਸ ਮੁੱਦੇ ਦੀ ਕਿ ਇਹਦੀਆਂ ਜੜ੍ਹਾਂ ਤਾਂ ਬਹੁਤ ਲੰਮੀਆਂ ਨੇ, ਇਤਿਹਾਸ ਦੇ ਵਿੱਚ ਬਹੁਤ ਡੂੰਘੀਆਂ ਨੇ। ਇਹ ਪੁਰਾਣੀਆਂ ਗੱਲਾਂ ਹੀ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆਈਆਂ ਨੇ ਜਿਸ ਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਭੁਗਤਣਾ ਪੈ ਰਿਹਾ। ਜੋ ਇਹ ਥਰਡ ਵਰਲਡ ਵਾਰ ਦੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਬੜੇ ਇਤਿਹਾਸਿਕ ਪਹਿਲੂ ਵੀ ਨੇ, ਇਹਦੇ ਬੜੇ ਸੱਭਿਆਚਾਰਕ ਪਹਿਲੂ ਵੀ ਨੇ। ਤਾਂ ਇਹ ਸਾਰੇ ਪਹਿਲੂ ਮਿਲ ਕੇ ਰਾਜਨੀਤੀ ਦਾ ਰੂਪ ਧਾਰਨ ਕਰਕੇ ਅੱਜ ਇੱਕ ਰਾਖਸ਼ਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਖੜੇ ਨੇ ਜੋ ਪੂਰੀ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਲੈ ਕੇ ਜਾ ਰਿਹਾ। ਸੋ ਇਸ ਦੇ ਸਾਰੀਆਂ ਦੇਸ਼ਾਂ ਦੀ ਇਕਨੋਮੀ ਦੇ ਉੱਤੇ ਮਾੜੇ ਅਸਰ ਤਾਂ ਜ਼ਰੂਰ ਪੈਣਗੇ। ਤੁਹਾਡੀ ਰਿਸਰਚ ਕੀ ਕਹਿੰਦੀ ਹੈ? ਸਰ ਆਫਟਰ ਵਰਲਡ ਵਾਰ 2 ਇਹ ਸਾਰਾ ਵਰਲਡ ਇੱਕ ਬੜੇ ਹੀ ਕੰਪਲੈਕਸ ਸਿਨੈਰੀਓ 'ਚ ਫਸ ਗਿਆ ਹੈ ਜੀ। ਰਸ਼ੀਆ ਨੇ ਜਿਹੜਾ ਯੂਕਰੇਨ ਵਾਲਾ ਜਿਹੜਾ ਯੂਕਰੇਨ ਦਾ ਯੂਰੋਪੀਅਨ ਯੂਨੀਅਨ ਦਾ ਮੈਂਬਰ ਬਣਨਾ ਔਰ ਨੈਟੋ ਦਾ ਮੈਂਬਰ ਬਣਨ ਨੂੰ ਬੜਾ ਸੀਰੀਅਸਲੀ ਲਿਆ, ਯਾਨੀ ਕਹਿ ਲਓ ਪੰਜਾਬੀ 'ਚ ਆਪਣੇ ਦਿਲ ਤੇ ਲੈ ਲਿਆ ਔਰ ਜਿਸ ਦੇ ਨਾਲ ਅਟੈਕ ਕਰ ਦਿੱਤਾ ਔਰ ਉਸ ਅਟੈਕ ਦੇ ਨਾਲ ਰਸ਼ੀਆ ਦੇ ਉੱਤੇ ਜਿਹੜਾ ਹੈ ਇਕਨੋਮਿਕ ਜਿਹੜੀਆਂ ਹੈ ਸੈਂਕਸ਼ਨਸ ਤਾਂ ਲੱਗੀਆਂ ਹੀ ਨਹੀਂ ਔਰ ਇਸ ਦੇ ਨਾਲ ਜਿਹੜਾ ਹੈ ਕਿਉਂਕਿ ਇਸ ਸਾਨੂੰ ਇੱਕ ਬੜੀ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜਾ ਯੂਕਰੇਨ ਔਰ ਰਸ਼ੀਆ ਹੈ ਇਹਨਾਂ ਤੋਂ ਜਿਹੜੀ ਗੈਸ ਪਾਈਪਲਾਈਨਸ ਹੈ ਉਹ ਪੂਰੇ ਯੂਰਪ 'ਚ ਜਾਂਦੀ ਹੈ ਔਰ ਯੂਰਪ ਦੀ ਜਿਹੜੀ ਹੈ ਗੈਸ ਔਰ ਕਰੂਡ ਆਇਲ ਸਪਲਾਈ ਜਿਹੜੀ ਹੈ ਕਾਫੀ ਹੱਦ ਤੱਕ ਯੂਕਰੇਨ ਔਰ ਰਸ਼ੀਆ ਤੇ ਡਿਪੈਂਡ ਕਰਦੀ ਹੈ। ਹੁਣ ਨੈਚੁਰਲੀ ਕੀ ਹੋਏਗਾ ਜਦੋਂ ਤੁਹਾਡੇ ਤੇ ਇਕਨੋਮਿਕ ਸੈਂਕਸ਼ਨਸ ਲੱਗਣਗੀਆਂ ਔਰ ਤੁਹਾਡੀ ਜਿਹੜੀ ਕੰਪਨੀਜ਼ ਹੈ ਉਹ ਰਸ਼ੀਆ ਤੋਂ ਵਾਈਂਡ ਅਪ ਕਰਨਗੀਆਂ, ਬਿਜ਼ਨਸ ਵਾਈਂਡ ਅਪ ਕਰਨਗੀਆਂ। ਯੂਕਰੇਨ ਪੋਰਟ ਜਿਹੜੇ ਯੂਕਰੇਨ ਦੇ ਉਹ ਬੰਦ ਹੋ ਗਏ ਨੇ ਔਰ ਜਿੱਥੋਂ ਸਾਰਾ ਇੰਪੋਰਟ ਜਾਂ ਐਕਸਪੋਰਟ ਹੁੰਦਾ ਉਸ ਪੋਰਟ ਤੋਂ ਉਹ ਬੰਦ ਹੋ ਗਿਆ ਹੈ। ਉਸ ਤੋਂ ਬਾਅਦ ਰਸ਼ੀਆ ਨੇ ਆਪਣੀ 에ਅਰ ਸਪੇਸ ਕੰਟਰੀਜ਼ ਵਾਸਤੇ ਬੰਦ ਕਰ ਦਿੱਤੀ ਹੈ। ਸੋ ਟਰਾਂਸਪੋਰਟ ਮੈਕੈਨਿਜ਼ਮ ਇੱਕ ਪੂਰੀ ਤਰ੍ਹਾਂ ਨਾਲ ਸ਼ਟ ਡਾਊਨ ਹੋ ਗਿਆ ਹੈ ਔਰ ਜਦੋਂ ਅਸੀਂ ਨਵੰਬਰ ਦੀ ਗੱਲ ਕਰੀਏ ਤਾਂ 68.9 ਬੈਰਲ ਦੇ ਆਸ-ਪਾਸ ਕਰੂਡ ਆਇਲ ਚੱਲ ਰਿਹਾ ਸੀ। ਹੁਣ ਉਹ ਕਰੂਡ ਆਇਲ ਜਿਹੜਾ ਹੈ 100 ਨੂੰ ਕ੍ਰਾਸ ਕਰ ਗਿਆ ਹੈ। ਜਦੋਂ ਆਪਾਂ ਕੋਵਿਡ ਪੈਂਡੇਮਿਕ ਦੀ ਗੱਲ ਕਰੀਏ ਤਾਂ ਉਸ ਟਾਈਮ ਜਿਹੜਾ ਕਰੂਡ ਆਇਲ ਸੀਗਾ 20 ਬੈਰਲ ਦੇ ਆਸ-ਪਾਸ ਯਾਨੀ ਨੈਗੇਟਿਵ ਦੇ ਆਸ-ਪਾਸ ਚਲਾ ਗਿਆ ਸੀ। ਫਿਰ ਅਸੀਂ ਇਹ ਸੋਚਦੇ ਸੀ ਕਿ ਕਰੂਡ ਆਇਲ ਅਗਰ 50 ਵੀ ਆ ਜਾਏ ਤਾਂ ਬੜਾ ਰੀਜ਼ਨੇਬਲ ਪ੍ਰਾਈਸ ਹੈ। ਪਰ ਅੱਜ ਜਿਹੜਾ ਕਰੂਡ ਆਇਲ ਜਿਹੜਾ 100 ਨੂੰ ਕ੍ਰਾਸ ਕਰ ਗਿਆ ਜਿਹਦੇ ਨਾਲ ਕੀ ਹੋਏਗਾ ਪੂਰੇ ਵਰਲਡ ਦੀ ਇਕਨੋਮੀ ਜਿਹੜੀ ਹੈ ਇਹਦੇ ਨਾਲ ਅਫੈਕਟ ਹੋਏਗੀ ਕਰੂਡ ਆਇਲ ਦੇ ਨਾਲ। ਔਰ ਯੂਕਰੇਨ ਜਿਹੜਾ ਹੈ ਉਹ ਸੈਕਿੰਡ ਜਿਹੜਾ ਹੈ ਸਪਲਾਈ ਕਰਦਾ ਹੈ ਗੈਸ ਦੀ ਜਿਹੜੀ ਹੈ ਨੈਚੁਰਲ ਗੈਸ ਹੈ ਉਹਦੇ ਭੰਡਾਰ ਯੂਕਰੇਨ 'ਚ ਸਭ ਤੋਂ ਜ਼ਿਆਦਾ ਹੈ ਔਰ ਉਸ ਦੇ ਨਾਲ ਕੀ ਹੋਏਗਾ ਕਿਉਂਕਿ ਯੂਰਪ ਜਿਹੜਾ ਹੈ ਉਸਦੀ ਜਿਹੜੀ ਗੈਸ ਦੀ ਜਿਹੜੀ ਡਿਪੈਂਡੈਂਸੀ ਹੈ ਉਹ ਸਾਰੀ ਯੂਕਰੇਨ ਤੇ ਡਿਪੈਂਡ ਕਰਦੀ ਹੈ 50% ਤੋਂ ਜ਼ਿਆਦਾ। ਜਰਮਨੀ ਦੀ ਰਸ਼ੀਆ ਦੇ ਉੱਤੇ ਡਿਪੈਂਡ ਕਰਦੀ ਹੈ। ਸੋ ਗੈਸ ਸਪਲਾਈ ਜਿਹੜੀ ਹੈ ਉਹ ਬੰਦ ਹੋ ਜਾਏਗੀ ਔਰ ਇਸ ਤੋਂ ਇਲਾਵਾ ਜਿਹੜਾ ਯੂਕਰੇਨ ਹੈ ਉਹ ਇੱਕ ਪ੍ਰੋਡਿਊਸਰ ਬੜਾ ਹੀ ਵੱਡਾ ਪ੍ਰੋਡਿਊਸਰ ਹੈ ਵੀਟ ਔਰ ਸਨਫਲਾਵਰ ਦਾ ਜੀ। ਸੋ ਜਿਸ ਦੇ ਨਾਲ ਕੀ ਹੋਏਗਾ ਵੀਟ ਦੇ ਪ੍ਰਾਈਸਿਸ ਜਿਹੜੇ ਹੈ ਉਹ ਰਾਈਜ਼ ਹੋ ਜਾਣਗੇ, ਸਨਫਲਾਵਰ ਜਿਹੜੇ ਆ ਪ੍ਰਾਈਸਿਸ ਉਸਦੇ ਰਾਈਜ਼ ਹੋ ਜਾਣਗੇ ਔਰ ਇਸ ਦੇ ਨਾਲ ਜਿਹੜਾ ਹੈ ਇੱਕ ਇਨਕਰੀਜ਼ਡ ਜਿਹੜਾ ਹੈ ਇਨਫਲੇਸ਼ਨ ਜਿਹੜਾ ਹੈ ਉਹ ਪ੍ਰੈਸ਼ਰ ਆ ਜਾਏਗਾ। ਔਰ ਜਦੋਂ ਆਪਾਂ ਇੰਡੀਅਨ ਕੰਟੈਕਸਟ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿਹੜੀ ਹੈ ਕੋਲ ਇੰਡਸਟਰੀ ਜਿਹੜੀ ਹੈ ਇਫੈਕਟ ਹੋ ਜਾਏਗੀ, ਕੋਲ ਦੀ ਸਪਲਾਈ ਜਿਹੜੀ ਹੈ ਉਹ ਘਟ ਜਾਏਗੀ, ਪੇਪਰਸ ਕਾਸਟਲੀ ਹੋ ਜਾਣਗੇ, ਫਰਟੀਲਾਈਜ਼ਰਸ ਦੀ ਸਪਲਾਈ ਇਫੈਕਟ ਹੋ ਜਾਏਗੀ, ਕੈਮੀਕਲਸ ਹੋ ਜਾਣਗੇ ਇਫੈਕਟ ਹੋ ਜਾਣਗੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਯੂਕਰੇਨ ਦੇ ਉੱਤੇ ਸਨਫਲਾਵਰ ਜਿਹੜਾ ਪ੍ਰੋਡਕਸ਼ਨਸ ਹੈ ਉਹ ਸਨਫਲਾਵਰ ਆਇਲ ਦੇ ਪ੍ਰਾਈਸਿਸ ਜਿਹੜੇ ਉਹ ਇਨਕਰੀਜ਼ ਹੋ ਜਾਣਗੇ। ਔਰ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਯੂਕਰੇਨ ਜੋ ਹੈ ਉਹ ਸੈਕਿੰਡ ਬਿਗੇਸਟ ਗੈਸ ਰਿਜ਼ਰਵਸ ਨੇ ਜਿਹੜਾ ਹੈ ਯੂਕਰੇਨ ਦੇ ਵਰਲਡ ਦੇ ਵਿੱਚ ਤੋਂ ਜਿਹੜੀ ਹੈ ਯੂਰਪ ਦੀ ਸਾਰੀ ਜਿਹੜੀ ਸਪਲਾਈ ਹੈ ਉਹ ਉਸਦੇ ਯੂਕਰੇਨ ਦੇ ਉੱਤੇ ਡਿਪੈਂਡ ਕਰਦੀ ਹੈ। ਸੋ ਇਸ ਦੇ ਨਾਲ ਕੀ ਹੋਏਗਾ ਇੱਕ ਹਿਊਜ ਇੰਪੈਕਟ ਪਏਗਾ ਫੋਰਨ ਐਕਸਚੇਂਜ ਦੇ ਉੱਤੇ, ਵਰਲਡ ਦੀ ਇਕਨੋਮੀ ਦੇ ਉੱਤੇ ਔਰ ਅਲਟੀਮੇਟਲੀ ਕੰਜ਼ਿਊਮਰਸ ਦੇ ਉੱਤੇ ਜਿਹੜਾ ਹੈ ਇੱਕ ਬਹੁਤ ਵੱਡਾ ਇੰਪੈਕਟ ਪੜੇਗਾ। ਹੁਣ ਬੈਂਕਿੰਗ ਦੇ ਸੈਕਟਰ ਦੇ ਵਿੱਚ ਗੱਲ ਕਰੀਏ ਤਾਂ ਵੈਸਟਰਨ ਕੰਟਰੀਜ਼ ਨੇ ਔਰ ਅਮਰੀਕਾ ਨੇ ਮਿਲ ਕੇ ਰਸ਼ੀਅਨ ਬੈਂਕਸ ਦੇ ਉੱਤੇ ਬੈਨ ਲਗਾ ਦਿੱਤਾ ਹੈ। ਸੋ ਜਿਹੜਾ ਰਸ਼ੀਅਨ ਬੈਂਕਸ ਜਿਹੜੇ ਉਹ ਟ੍ਰਾਂਜੈਕਸ਼ਨਸ ਨਹੀਂ ਕਰ ਸਕਦੇ। ਸੋ ਇਸ ਦੇ ਨਾਲ ਕੀ ਹੋਏਗਾ ਤੁਹਾਡੀ ਬੈਂਕਿੰਗ ਇੰਡਸਟਰੀ ਇਫੈਕਟ ਹੋਏਗੀ, ਇੰਟਰਸਟ ਰੇਟਸ ਵਧਣਗੇ ਜਿਸ ਦੇ ਨਾਲ ਇੰਡਸਟਰੀ ਦੇ ਉੱਤੇ ਜਿਹੜਾ ਹੈ ਇਨਕਰੀਜ਼ਡ ਇੰਟਰਸਟ ਰੇਟ ਨਾਲ ਜਿਹੜਾ ਹੈ
ਫਾਈਨੈਂਸ਼ੀਅਲ ਬਰਡਨ ਆਏਗਾ, ਜੋ ਕਿ ਕੋਵਿਡ ਪੈਂਡੇਮਿਕ ਤੋਂ ਆਲਰੇਡੀ ਹੀ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਸੋ ਪੋਰਟਸ ਬੰਦ ਹੋਣ ਨਾਲ ਸਪਲਾਈ ਚੇਨ ਜਿਹੜੀ ਹੈ ਆਲਰੇਡੀ ਹਿੱਟ ਹੋ ਚੁੱਕੀ ਹੈ। ਸੋ ਜਿਸ ਦੇ ਨਾਲ ਕੀ ਹੈ, ਸਾਰੇ ਵਰਲਡ ਦੇ ਉੱਤੇ ਜਿਹੜਾ ਹੈ ਟ੍ਰੇਡ ਦਾ ਇਫੈਕਟ ਪਏਗਾ। ਔਰ ਰਸ਼ੀਆ ਜੋ ਹੈ ਇੱਕ ਰੇਅਰ ਮੈਟਲਸ ਜਿਹੜੀ ਹੈ ਉਹਦੀ ਪ੍ਰੋਡਕਸ਼ਨਸ ਕਾਫੀ ਹੱਦ ਤੱਕ ਕਰਦਾ ਹੈ। ਸੋ ਲੀਥੀਅਮ ਔਰ ਟਾਈਟੇਨੀਅਮ ਜਿਹੜੇ ਹੈ ਇਹਨਾਂ ਦੇ ਪ੍ਰਾਈਸਸ ਹਾਈਕ ਹੋਣਗੇ। ਰੇਅਰ ਮੈਟਲਸ ਜਿਹੜੀਆਂ ਹੈ ਆਟੋਮੋਬਾਈਲ ਇੰਡਸਟਰੀ ਦੀ ਪ੍ਰੋਡਕਸ਼ਨ 'ਚ ਵੀ ਯੂਜ਼ ਹੁੰਦੀਆਂ। ਸੋ ਆਟੋਮੋਬਾਈਲ ਇੰਡਸਟਰੀ ਵੀ ਜਿਹੜੀ ਇਹਦੇ ਨਾਲ ਅਫੈਕਟ ਹੋਣ ਜਾ ਰਹੀ ਹੈ। ਸੋ ਇਹਦੇ ਨਾਲ ਕੀ ਹੋਏਗਾ, ਸਾਡੇ ਕੋਲ ਜਿਹੜੀ ਹੈ ਸ਼ਾਰਟੇਜ ਰਹੇਗੀ ਫਿਊਲ ਦੀ ਆਉਣ ਵਾਲੇ ਟਾਈਮ ਦੇ ਵਿੱਚ। ਮਤਲਬ ਫਿਊਲ ਦੀ ਸ਼ਾਰਟੇਜ ਇਨ ਦਾ ਸੈਂਸ ਕਿ ਕਿਉਂਕਿ ਪ੍ਰਾਈਸਸ ਹਾਈਕ ਹੋ ਜਾਣਗੇ। ਸੋ ਇੰਡੀਅਨ ਪਰਸਪੈਕਟਿਵ ਨਾਲ ਗੱਲ ਕਰੀਏ ਤੇ ਇੰਡੀਆ ਜਿਹੜਾ ਹੈ ਬਹੁਤ ਸਾਰਾ ਜਿਹੜਾ ਇੰਡੀਆ ਆਪਣਾ ਕਰੂਡ ਆਇਲ ਬਾਏ ਕਰਦਾ ਹੈ ਉਹ ਅਰਬੀਅਨ ਕੰਟਰੀਜ਼ ਤੋਂ ਬਾਏ ਕਰਦਾ ਹੈ। ਗੈਸ ਦਾ ਰਿਜ਼ਰਵ ਚ ਇੰਡੀਆ ਕਤਰ ਤੋਂ ਲੈਂਦਾ ਹੈ। ਸੋ ਜਦੋਂ ਯੂਰਪ ਦੀ ਸਪਲਾਈ ਲਾਈਨ ਜਿਹੜੀ ਹੈ ਯੂਕਰੇਨ ਤੋਂ ਇਫੈਕਟ ਹੋਏਗੀ ਤਾਂ ਨੈਚੁਰਲੀ ਜਿਹੜਾ ਹੈ ਯੂਰਪ ਜਿਹੜਾ ਹੈ ਉਹ ਅਰਬੀਅਨ ਕੰਟਰੀਜ਼ ਵੱਲ ਦੇਖਣਾ ਸ਼ੁਰੂ ਹੋ ਜਾਏਗਾ। ਸੋ ਜਿਸ ਦੇ ਨਾਲ ਜਿਹੜਾ ਹੈ ਇੰਡੀਆ ਜਿਹੜੀ ਹੈ ਉਸ ਦੀ ਸਪਲਾਈ ਲਾਈਨ ਜਿਹੜੀ ਹੈ ਅਰਬ ਕੰਟਰੀਜ਼ ਤੋਂ ਇਫੈਕਟ ਹੋ ਸਕਦੀ ਹੈ। ਸੋ ਇਸ ਦੇ ਨਾਲ ਓਵਰਆਲ ਜਿਹੜਾ ਹੈ ਆਪਾਂ ਇਨ ਲੌਂਗ ਰਨ ਕਹੀਏ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਵਰਲਡ ਜਿਹੜਾ ਹੈ ਇਫੈਕਟ ਹੋਏਗਾ ਇਸ ਪ੍ਰਾਈਸ ਦੇ ਨਾਲ। ਯੈਸ ਸਰ। ਸੋ ਇੱਕ ਆਖਰੀ ਸਵਾਲ ਜੋ ਮੈਂ ਜਾਂਦੇ ਜਾਂਦੇ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਨਾਗਰਿਕ ਉੱਥੇ ਫਸੇ ਹੋਏ ਨੇ, ਕਿਉਂਕਿ ਤੁਸੀਂ ਇਹਦੇ ਸਾਰੇ ਰੀਜ਼ਨਸ ਦੇ ਦਿੱਤੇ ਨੇ, ਤੁਸੀਂ ਰਾਜਨੀਤਿਕ ਕਾਰਨ ਵੀ ਦੱਸ ਦਿੱਤੇ, ਤੁਸੀਂ ਇਹਦੇ ਅਰਥ ਸ਼ਾਸਤਰ ਦੇ ਮੁਤਾਬਿਕ ਆਰਥਿਕ ਕਾਰਨ ਵੀ ਦੱਸ ਦਿੱਤੇ, ਤੁਸੀਂ ਇਹਦੇ ਸਮਾਜਿਕ ਕਾਰਨ ਵੀ ਦੱਸ ਦਿੱਤੇ ਨੇ ਤੇ ਤੁਸੀਂ ਇਹਦੇ ਸੱਭਿਆਚਾਰਕ ਕਾਰਨ ਵੀ ਦੱਸ ਦਿੱਤੇ ਨੇ। ਕੁੱਲ ਮਿਲਾ ਕੇ ਸਾਰੀ ਸਥਿਤੀ ਸਾਨੂੰ ਕਲੀਅਰ ਹੋ ਗਈ। ਹੁਣ ਜਿਹੜੇ ਸਾਡੇ ਲੋਕ ਉੱਥੇ ਫਸੇ ਹੋਏ ਨੇ ਤਾਂ ਭਾਰਤ ਸਰਕਾਰ ਕੀ ਕਰ ਰਹੀ ਹੈ, ਇਹ ਜ਼ਰਾ ਜਾਂਦੇ ਜਾਂਦੇ ਇੱਕ ਬਰੀਫਿੰਗ ਸਾਨੂੰ ਦੇ ਦਿਓ। ਦੇਖੋ, ਪਹਿਲੀ ਤਾਂ ਸਾਡੀ ਭਾਰਤ ਸਰਕਾਰ ਹੈ ਉਹਦੀ ਇਸ ਦੇ ਉੱਤੇ ਬੜੀ ਹੀ ਨਿਊਟਰਲ ਨੀਤੀ ਰਹੀ ਹੈ। ਸੋ ਇਸਨੇ ਪਕਸ਼ ਨਹੀਂ ਲਿਆ ਹੈ। ਤਾਂ ਸਾਡੀ ਭਾਰਤ ਸਰਕਾਰ ਦੀ ਪ੍ਰੈਫਰੈਂਸ ਜਿਹੜੀ ਹੈ ਸਾਡੇ ਸਟੂਡੈਂਟਸ ਨੂੰ ਜਿਹੜਾ ਹੈ ਯੂਕਰੇਨ ਤੋਂ ਬਾਹਰ ਕੱਢਣ ਦੀ ਹੋਣੀ ਚਾਹੀਦੀ ਹੈ ਜੀ। ਤਾਂ ਸਾਡੇ ਸਟੂਡੈਂਟਸ ਕਾਫੀ ਹੱਦ ਤੱਕ ਯੂਕਰੇਨ ਦੇ ਵਿੱਚ ਫਸੇ ਹੋਏ ਹੈ। ਔਰ ਸਾਡੀ ਸਰਕਾਰ ਦੀ ਸ਼ੁਰੂ 'ਚ ਕਮਜ਼ੋਰੀ ਰਹੀ। ਜਦੋਂ ਦਸੰਬਰ ਤੋਂ ਇਹ ਪ੍ਰੋਬਲਮ ਸ਼ੁਰੂ ਹੋ ਗਈਆਂ ਸੀਗੀਆਂ ਤਾਂ ਸਾਡੀ ਸਰਕਾਰ ਨੂੰ ਚਾਹੀਦਾ ਸੀਗਾ ਕਿ ਸਟੂਡੈਂਟਸ ਨੂੰ ਉਸ ਟਾਈਮ ਹੀ ਜਿਹੜਾ ਹੈ ਉਹਨੂੰ ਨਿਕਾਲਣਾ ਸ਼ੁਰੂ ਕਰ ਦਿੰਦੇ। ਜਨਵਰੀ ਸਾਡੇ ਕੋਲ ਸੀਗਾ, ਤਾਂ ਜਨਵਰੀ ਦੇ ਵਿੱਚ ਵੀ ਗਵਰਨਮੈਂਟ ਨੇ ਕੋਈ ਇਨੀਸ਼ੀਏਟਿਵ ਨਹੀਂ ਲਿੱਤਾ ਕਿ ਸਟੂਡੈਂਟਸ ਨੂੰ ਉੱਥੋਂ ਬਾਹਰ ਕੱਢਣਾ ਸ਼ੁਰੂ ਕਰ ਦੇ। ਹੁਣ ਸਰਕਾਰ ਨੇ ਗੰਭੀਰਤਾ ਦਿਖਾਈ ਹੈ। ਸੋ ਹੁਣ ਸਰਕਾਰ ਨੇ ਜਿਹੜੀਆਂ ਹੈ 에ਅਰ ਇੰਡੀਆ ਦੇ ਥਰੂ ਔਰ 에ਅਰ ਸਪੋਰਟਸ ਦੇ ਥਰੂ ਜਿਹੜੀਆਂ ਹੈ ਆਪਣੀ ਫਲਾਈਟਸ ਜਿਹੜੀਆਂ ਹੈ ਯੂਕਰੇਨ ਦੇ ਸਰਾਊਂਡਿੰਗ ਕੰਟਰੀਜ਼ ਦੇ ਵਿੱਚ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਹੈ, ਤਾਂ ਕਿ ਉਹ ਬੱਚੇ ਜਿਹੜੇ ਆ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਉਹ ਕੀਵ ਖਾਲੀ ਕਰ ਦੇਣ। ਹੁਣ ਕੁਐਸਚਨ ਆਉਂਦਾ ਹੈ ਕਿ ਬੱਚੇ ਕੀਵ ਜਿਹੜੀ ਹੈ ਯੂਕਰੇਨ ਦੀ ਕੈਪੀਟਲ ਹੈ ਖਾਲੀ ਕਰਕੇ ਜਾਣ ਤੇ ਜਾਣ ਕਿੱਥੇ? ਸੋ ਉਹ ਬੱਚੇ ਜਿਹੜੇ ਹੈ ਉਹਨਾਂ ਲਈ ਬੜੀ ਮੁਸ਼ਕਲ ਹੈ। ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਬੱਚਾ ਬਾਹਰ ਗਿਆ ਆਪਣੀ ਰੋਟੀ ਦਾ ਅਰੇਂਜਮੈਂਟ ਕਰਨ ਵਾਸਤੇ ਔਰ ਭਾਰਤੀ ਸਟੂਡੈਂਟ ਜਿਹੜਾ ਹੈ ਉਸਨੂੰ ਉਸਦੀ ਜਿਹੜੀ ਹੈ ਡੈਥ ਹੋ ਗਈ, ਉਸਨੂੰ ਆਪਣੀ ਜਾਨ ਗਵਾਉਣੀ ਪੈ ਗਈ। ਸੋ ਇੰਡੀਅਨ ਗਵਰਨਮੈਂਟ ਨੇ ਜਿਹੜੇ ਹੈ ਇਨੀਸ਼ੀਏਟਿਵ ਲਿੱਤੇ ਨੇ, ਸੋ ਦੇਰੀ ਨਾਲ ਲਿੱਤੇ ਨੇ, ਲਿੱਤੇ ਨੇ। ਸੋ ਹੁਣ ਸਾਡੇ ਸਟੂਡੈਂਟ ਜਿਹੜੇ ਹੈ ਉਹ ਬਾਹਰ ਮਤਲਬ ਉੱਥੋਂ ਜਿਹੜੇ ਆਣੇ ਸ਼ੁਰੂ ਹੋ ਗਏ ਨੇ। ਹੁਣ ਇਹਦੇ 'ਚ ਇੱਕ ਕੁਐਸਚਨ ਜਿਹੜਾ ਹੈ ਸਾਰਥਕ ਸਵਾਲ ਜਿਹੜਾ ਉੱਠਦਾ ਹੈ ਕਿ ਸਾਡੇ ਜਿਹੜੇ ਹਜ਼ਾਰਾਂ ਸਟੂਡੈਂਟ ਜਿਹੜੇ ਹੈ ਫੋਰਨ 'ਚ ਜਾਂਦੇ ਹੈ, ਯੂਕਰੇਨ ਦੇ ਵਿੱਚ ਜਾਂਦੇ ਹੈ, ਜਿਸ ਦੇ ਨਾਲ ਸਾਡਾ ਅਰਬੋਂ ਰੁਪਈਆ ਵੀ ਯੂਕਰੇਨ 'ਚ ਜਾ ਰਿਹਾ ਸੀਗਾ। ਸਾਡੇ ਸਟੂਡੈਂਟ ਜਿਹੜੇ ਆ ਮੈਡੀਕਲ ਦੀ ਪੜ੍ਹਾਈ ਕਰਨ ਜਿਹੜੇ ਹੈ ਯੂਕਰੇਨ 'ਚ ਜਾਂਦੇ ਹੈ। ਸੋ 1/3 ਜਿਹੜੀ ਯੂਕਰੇਨ ਦੀ ਫੀਸ ਹੈ ਉਹ ਇੰਡੀਆ ਦੇ ਵਿਜ਼ਿਟ ਫੀਸ ਦੇ ਨਾਲ ਘੱਟ ਹੈ। ਸੋ ਯੂਕਰੇਨ ਜਿਸ ਦੀ ਪੋਪੂਲੇਸ਼ਨ ਸਾਡੀ ਅਗਰ ਪੰਜਾਬ ਔਰ ਹਰਿਆਣਾ ਦੀ ਪੋਪੂਲੇਸ਼ਨ ਦੇ ਨਾਲ ਕੰਪੇਅਰ ਕਰੀਏ ਤਾਂ ਉਹਦੇ ਬਰਾਬਰ ਦੀ ਪੋਪੂਲੇਸ਼ਨ ਹੈ। ਔਰ ਯੂਕਰੇਨ ਦੇ ਵਿੱਚ 15 ਮੈਡੀਕਲ ਯੂਨੀਵਰਸਿਟੀਜ਼ ਨੇ। ਸੋ ਸਾਡੀ ਕੰਟਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀਜ਼ ਕੰਪੈਰੀਜ਼ਨ 'ਚ ਬਹੁਤ ਘੱਟ ਹੈ। ਸੋ ਜਿਸ ਦੇ ਨਾਲ ਸਾਡੇ ਜਿਹੜੇ ਸਟੂਡੈਂਟਸ ਹੈ ਉਹ ਬਾਹਰ ਜਾ ਰਹੇ ਸੀ ਯੂਕਰੇਨ ਦੇ ਵਿੱਚ ਮੈਡੀਕਲ ਦੇ ਲਈ ਜਾ ਰਹੇ ਸੀਗੇ। ਸੋ ਜਿਸ ਦੇ ਨਾਲ ਸਾਡਾ ਬ੍ਰੇਨ ਡਰੇਨ ਔਰ ਡਾਲਰ ਡਰੇਨ ਦੋਨੋਂ ਹੋ ਰਿਹਾ ਸੀਗਾ। ਤਾਂ ਸਰਕਾਰ ਨੂੰ ਜਿਹੜਾ ਹੈ ਇਹਨਾਂ ਸਟੂਡੈਂਟਸ ਨੂੰ ਤਾਂ ਯੂਕਰੇਨ ਤੋਂ ਜਲਦੀ ਬਾਹਰ ਲੈ ਕੇ ਆਉਣਾ ਚਾਹੀਦਾ ਹੈ। ਬਟ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਜਿਹੜਾ ਹੈ ਸਰਕਾਰ ਨੂੰ ਹਾਇਰ ਐਜੂਕੇਸ਼ਨ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਸਟੂਡੈਂਟਸ ਨੂੰ ਜਿਹੜਾ ਹੈ ਇੰਡੀਆ ਦੇ ਵਿੱਚ ਮੈਡੀਕਲ ਐਜੂਕੇਸ਼ਨ ਸਸਤੀ ਮਿਲ ਸਕੇ ਔਰ ਇੱਕ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਮਿਲ ਸਕੇ ਤਾਂ ਕਿ ਸਟੂਡੈਂਟ ਸਾਡੇ ਬਾਹਰ ਨਾ ਜਾਣ ਔਰ ਬ੍ਰੇਨ ਡਰੇਨ ਔਰ ਡਾਲਰ ਡਰੇਨ ਜਿਹੜਾ ਹੈ ਸਾਡਾ ਉਹ ਬੰਦ ਹੋ ਜਾਏ। ਪ੍ਰਦੀਪ ਸਰ, ਬਹੁਤ ਸ਼ੁਕਰੀਆ। ਤੁਸੀਂ ਹਰ ਪਹਿਲੂ ਦੇ ਉੱਤੇ ਸਾਨੂੰ ਸਮੀਖਿਆ ਕੀਤੀ ਹੈ ਜੋ ਯੂਕਰੇਨ ਔਰ ਰਸ਼ੀਆ ਦੀ ਵਾਰ ਚੱਲ ਰਹੀ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਜਲਦੀ ਹੀ ਸ਼ਾਂਤੀ ਦੀ ਸਥਾਪਨਾ ਹੋਵੇ। ਥੈਂਕ ਯੂ ਵੈਰੀ ਮਚ ਸਰ। ਸੋ ਮੈਂ ਆਪਣੇ ਦਰਸ਼ਕਾਂ ਅੱਗੇ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਇਹ ਸਮਝ ਸਕਦੇ ਹਾਂ ਕਿ ਜੰਗ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦੀ ਹੈ। ਪੂਰੇ ਸੰਸਾਰ ਦੇ ਵਿੱਚ ਆਮ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਆਉਣ ਵਾਲੇ ਹੋਰ ਵੀ ਐਪੀਸੋਡਸ ਦੇ ਵਿੱਚ ਅਸੀਂ ਯੂਕਰੇਨ ਬਾਰੇ
ਜ਼ਰੂਰ ਗੱਲ ਕਰਾਂਗੇ ਇਹਦੀ ਇਕਨੋਮੀ ਬਾਰੇ ਔਰ ਜੋ ਇਹਦਾ ਭਵਿੱਖ ਹੈ ਇਸ ਯੁੱਧ ਦਾ ਉਹ ਕੀ ਸਾਡੇ ਉੱਤੇ ਅਸਰ ਪਾ ਸਕਦਾ ਹੈ, ਜ਼ਰੂਰ ਉਹਦੇ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਅਰਦਾਸ ਕਰੀਏ ਕਿ ਸ਼ਾਂਤੀ ਦੀ ਸਥਾਪਨਾ ਹੋਵੇ। ਸਾਨੂੰ ਖੁਸ਼ੀ ਹੈ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ ਔਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।